ਸੰਸਾਰ ਦੀ ਮੁਹੱਬਤ, ਜਗਤ ਦੀ ਮੁਹੱਬਤ, ਲੋਕਾਈ ਤੇ ਪਰਿਵਾਰ ਦੀ ਮੁਹੱਬਤ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਮਨੁੱਖ ਸਰੀਰ ਵਿੱਚ ਵਿਚਰਦਾ ਹੈ। ਸੱਚ ਜਾਣਿਓ, ਜਿੱਦਣ ਸਰੀਰ ਦੇ ਵਿੱਚੋਂ ਸਵਾਸ ਨਿਕਲਦੇ ਨੇ ਉਸ ਦਿਨ ਇਹ ਮੁਹੱਬਤ ਸਹਿਜੇ ਸਹਿਜੇ ਪਰਿਵਾਰ ਦੇ ਸੰਸਾਰ ਵਿੱਚੋਂ ਮੁੱਕਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਨ੍ਹਾਂ ਨੇ ਯਕੀਨ ਜਾਣੋ ਸਾਧ ਸੰਗਤ, ਜਿਨ੍ਹਾਂ ਨੇ ਗੁਰੂ ਨਾਲ ਇਸ਼ਕ ਕੀਤਾ ਹੈ, ਜਿਨ੍ਹਾਂ ਸਤਿਗੁਰ ਨਾਲ ਮੁਹੱਬਤ ਕੀਤੀ ਹੈ, ਜਿਨ੍ਹਾਂ ਰੱਬ ਨਾਲ ਪਿਆਰ ਕੀਤਾ ਹੈ, ਰੱਬ ਨਾਲ ਕੀਤਾ ਪਿਆਰ ਜਿਸ ਦਿਨ ਸਰੀਰ ਨਾਸ਼ ਹੁੰਦਾ ਹੈ, ਚੇਤੇ ਰੱਖੋ ਸਰੀਰ ਨਾਸ਼ ਹੋਣ ਤੋਂ ਬਾਅਦ ਸਾਧ ਸੰਗਤ ਇਸ ਤਨ ਨੂੰ, ਇਸ ਸਰੀਰ ਨੂੰ ਪਰਿਵਾਰ ਦੇ ਜੀ ਅੱਗ ਵਿੱਚ ਸਾੜ ਦੇਣਗੇ, ਹੱਡੀਆਂ ਇਕੱਠੀਆਂ ਕਰਕੇ ਪਾਣੀ ਦੇ ਵਿੱਚ ਪ੍ਰਵਾਹ ਦੇਣਗੇ। ਪਰ ਸੱਚ ਇਹ ਹੈ, ਜਿਹੜੀ ਅੰਦਰ ਦੀ ਰੂਹ ਜਿਨੇ ਰੱਬ ਨਾਲ ਇਸ਼ਕ ਕੀਤਾ, ਪ੍ਰਮਾਤਮਾ ਨਾਲ ਪ੍ਰੇਮ ਕੀਤਾ, ਸਰੀਰ ਵਿੱਚ ਰਹਿੰਦਿਆਂ ਜਿਹੜੀ ਸਦਾ ਪ੍ਰਮਾਤਮਾ ਦੇ ਹੁਕਮ ਵਿੱਚ ਰਹੀ, ਜਿਸ ਦਿਨ ਬੰਦਾ ਸਰੀਰ ਤਿਆਗਦਾ ਹੈ, ਸੱਚ ਵਿੱਚ ਇਹ ਮੁਹੱਬਤ ਉਸ ਦਿਨ ਇਸ ਆਤਮਾ ਨੂੰ ਉਸ ਪ੍ਰਮਾਤਮਾ ਦੇ ਵਿੱਚ ਲੀਨ ਕਰ ਦਿੰਦੀ ਹੈ। ਜਿਨ੍ਹਾਂ ਨੇ ਗੁਰੂ ਨਾਲ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਇਸ਼ਕ ਕੀਤਾ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਵਜੋਂ ਕਰਦਿਆਂ, ਮਨਸੂਰ, ਇਸ ਇਨਸਾਨ ਦਾ ਜ਼ਿਕਰ ਆਪ ਜੀ ਨੇ ਸੁਣਿਆ ਹੋਣਾ ਹੈ। ਇਸਲਾਮ ਦੇ ਅੰਦਰ ਇਹ ਇੱਕ ਐਸਾ ਇਨਸਾਨ ਹੋਇਆ ਹੈ ਜਿਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ, ਅਨਲ ਹਕ। ਅਨਲ ਹਕ ਦਾ ਮਤਲਬ ਹੁੰਦਾ ਹੈ ਮੈਂ ਵੀ ਖੁਦਾ। ਇਸਲਾਮ ਦੇ ਅੰਦਰ ਅਸੀਂ ਜਾਣਦੇ ਹਾਂ ਕਿ ਮੁਹੰਮਦ ਸਾਹਿਬ ਜੀ ਦੇ ਉੱਪਰ ਅਕੀਦਾ ਬਣਾਇਆ ਜਾਂਦਾ ਹੈ। ਮੁਹੰਮਦ ਸਾਹਿਬ ਜੀ ਤੋਂ ਬਾਅਦ ਕਿਸੇ ਦੇ ਉੱਪਰ ਅਕੀਦਾ ਬਣਾਉਣ ਦੀ, ਉਸ ਨੂੰ ਪ੍ਰਮਾਤਮਾ ਦਾ ਪੈਗੰਬਰ ਜਾਂ ਪ੍ਰਮਾਤਮਾ ਦੇ ਤੁਲ, ਅੱਲਾ ਦੇ ਤੁਲ ਕਹਿਣ ਦੀ ਗੱਲ ਨਹੀਂ ਕੀਤੀ ਗਈ। ਪਰ ਅਨਲ ਹਕ ਕਹਿਣ ਵਾਲਾ ਮਨਸੂਰ ਪ੍ਰਿੰਸੀਪਲ ਗੰਗਾ ਸਿੰਘ ਜੀ, ਉਹਨਾਂ ਦੀ ਇੱਕ ਕਿਤਾਬ ਹੈ ਜਿੰਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਤਾਂ ਕਿ ਆਪ ਵਿੱਚੋਂ ਜਿਹੜੇ ਪੜ੍ਹਨ ਵਾਲੇ ਸੱਜਣ ਨੇ ਉਹ ਇਸ ਕਿਤਾਬ ਨੂੰ ਲੈ ਕੇ ਜ਼ਰੂਰ ਪੜ੍ਹਨ। ਕਿਤਾਬ ਦਾ ਨਾਮ ਹੈ ਜੀਵਨ ਕਿਰਨਾ। ਇਸ ਕਿਤਾਬ ਅੰਦਰ ਉਹਨਾਂ ਨੇ ਵੱਖ-ਵੱਖ ਧਰਮਾਂ ਦੇ ਕੁਝ ਜਿਹੜੇ ਪਹੁੰਚੀਆਂ ਹੋਈਆਂ ਰੂਹਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਅਨਲ ਹਕ ਕਹਿਣ ਵਾਲੇ ਮਨਸੂਰ ਨੂੰ ਫਾਂਸੀ ਦੀ ਸਜ਼ਾ ਹੋਈ, ਇਹਦੇ ਸਰੀਰ ਦੇ ਟੁਕੜੇ ਕਰਨ ਦੀ ਸਜ਼ਾ ਇਹਨੂੰ ਦੇਣੀ ਸੀ। ਜਿਸ ਦਿਨ ਇਹਦੇ ਸਰੀਰ ਦੇ ਟੁਕੜੇ ਹੋਣੇ ਸਨ, ਇਹਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਸ ਸਮੇਂ ਤੋਂ ਇੱਕ ਸ਼ਾਮ ਪਹਿਲਾਂ ਮਨਸੂਰ ਦੀ ਵਾਕਫੀਅਤ, ਮਨਸੂਰ ਦੇ ਜੀਵਨ ਤੋਂ ਪ੍ਰਭਾਵਿਤ ਇੱਕ ਮਨੁੱਖ ਇਸ ਨੂੰ ਮਿਲਣ ਦੇ ਲਈ ਕਾਰਾਗਾਰ ਵਿੱਚ ਆਇਆ। ਇਹਨੇ ਕਿਸੇ ਤਰੀਕੇ ਨਾਲ ਮਨਸੂਰ ਦੇ ਨਾਲ ਮੁਲਾਕਾਤ ਦਾ ਸਮਾਂ ਮੰਗਿਆ। ਜਦੋਂ ਮਨਸੂਰ ਦੇ ਸਾਹਮਣੇ ਆਇਆ, ਇਹਨੇ ਮਨਸੂਰ ਦੇ ਸਾਹਮਣੇ 3 ਸਵਾਲ ਰੱਖੇ। ਕਹਿਣ ਲੱਗਾ, ਮਨਸੂਰ, ਮੈਂ ਜਾਣਦਾ ਹਾਂ ਤੁਸੀਂ ਬਹੁਤ ਪਹੁੰਚੀ ਹੋਈ ਰੂਹ ਹੋ, ਪਰ ਮੇਰੇ ਅੰਦਰ ਦੀ ਤਾਂਘ ਹੈ, ਮੇਰੇ ਮਨ ਅੰਦਰ 3 ਸਵਾਲ ਨੇ। ਮੈਂ ਦੁਨੀਆ ਦੇ ਤਮਾਮ ਰਹਿਬਰਾਂ ਦੇ ਕੋਲੋਂ ਜਿਹੜੇ ਧਰਮ ਨੂੰ ਮੰਨਣ ਵਾਲੇ ਤੇ ਧਰਮ ਦੇ ਅੰਦਰ ਬਹੁਤ ਮਾਣ ਰੱਖਣ ਵਾਲੇ ਲੋਕ ਨੇ, ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀਆਂ ਕਰਕੇ ਰਹਿ ਚੁੱਕਾ, ਪਰ ਮੈਨੂੰ ਇਹਨਾਂ 3 ਗੱਲਾਂ ਦਾ ਜਵਾਬ ਨਹੀਂ ਮਿਲਿਆ। ਕਿਰਪਾ ਕਰਕੇ ਮੈਨੂੰ ਇਹਨਾਂ 3 ਗੱਲਾਂ ਦਾ ਜਵਾਬ ਦਿਓ। ਮਨਸੂਰ ਕਹਿਣ ਲੱਗਾ, ਤੂੰ ਆਪਣੀਆਂ 3 ਗੱਲਾਂ ਦੱਸ। ਜੇ ਉਹਨਾਂ ਦਾ ਜਵਾਬ ਮੇਰੇ ਕੋਲ ਹੋਏਗਾ ਮੈਂ ਜ਼ਰੂਰ ਉਹਨਾਂ ਦਾ ਜਵਾਬ ਤੈਨੂੰ ਦੇਵਾਂਗਾ। ਉਹਨੇ ਆਪਣੀਆਂ 3 ਗੱਲਾਂ ਕਹੀਆਂ। ਪਹਿਲੀ ਗੱਲ ਉਹ ਕਹਿਣ ਲੱਗਾ, ਦਾਨ ਕੀ ਸੀਮਾ ਕਿਆ ਹੈ। ਦਾਨ ਵੀ ਦੁਨੀਆ ਦੇ ਅੰਦਰ ਮਨੁੱਖ ਦਾਨ ਕਰਦਾ ਧਰਮ ਦੇ ਨਾਮ ਤੇ, ਆਖਰ ਦਾਨ ਦੀ ਕੋਈ ਹੱਦ ਤੇ ਹੋਏਗੀ ਨਾ। ਮੇਰਾ ਪਹਿਲਾ ਸਵਾਲ ਇਹ ਮਨਸੂਰ ਨੂੰ ਕਹਿਣ ਲੱਗਾ ਕਿ ਦਾਨ ਕੀ ਸੀਮਾ ਕਿਆ ਹੈ। ਦੂਜਾ ਸਵਾਲ ਕਹਿਣ ਲੱਗਾ, ਤਿਆਗ ਕੀ ਸੀਮਾ ਕਿਆ ਹੈ। ਜਿਹਨੂੰ ਪੰਜਾਬੀ ਵਿੱਚ ਸਮਝੀਏ ਵੀ ਦਾਨ ਦੀ ਹੱਦ ਕੀ ਹੈ ਤੇ ਤਿਆਗ ਦੀ ਹੱਦ ਕੀ ਹੈ। ਤੇ ਨਾਲ ਕਹਿਣ ਲੱਗਾ, ਮੇਰੇ ਅੰਦਰ ਦਾ ਤੀਜਾ ਸਵਾਲ ਹੈ कि प्रेम की हद क्या है, प्रेम की सीमा क्या है, भाव प्रेम की हद की है, शिखर की है। मंसूर ने
ਆਪਣੀ ਇਹਨਾਂ ਤਿੰਨਾਂ ਗੱਲਾਂ ਦਾ ਜਦੋਂ ਸਵਾਲ ਸੁਣੇ, ਮਨਸੂਰ ਦੇ ਕੋਲ ਇੱਕ ਝੋਲਾ ਸੀ ਜਿੰਦੇ ਵਿੱਚੋਂ ਉਹਨੇ ਹੱਥ ਪਾ ਕੇ ਤੇ ਇੱਕ ਬੇਹੀ ਹੋਈ ਰੋਟੀ ਕੱਢੀ ਜਿਹੜੀ ਸੁੱਕ ਚੁੱਕੀ ਸੀ। ਮਨਸੂਰ ਨੇ ਉਹ ਰੋਟੀ ਦਾ ਟੁਕੜਾ ਕੱਢ ਕੇ ਉਸ ਮਨੁੱਖ ਵੱਲ ਵਧਾ ਕੇ ਆਖਿਆ, ਲੈ ਤੇਰੀ ਗੱਲ ਦਾ ਮੈਂ ਜਵਾਬ ਤੇ ਦੇਣਾ, ਪਹਿਲੇ ਸਵਾਲ ਦਾ ਤੇਰੇ ਜਵਾਬ ਦੇਣਾ, ਪਰ ਜਵਾਬ ਦੇਣ ਤੋਂ ਪਹਿਲਾਂ ਆ ਰੋਟੀ ਤੂੰ ਖਾ ਲੈ। ਉਸ ਬੰਦੇ ਨੇ ਆਖਿਆ, ਮੈਨੂੰ ਰੋਟੀ ਦੀ ਇੱਛਾ ਨਹੀਂ, ਮੈਂ ਪੇਟ ਕਰਕੇ ਭਰਿਆ, ਮੇਰਾ ਪੇਟ ਹੈ, ਭਾਵ ਮੈਨੂੰ ਮੇਰੇ ਅੰਦਰ ਰੱਜ ਹੈ, ਮੇਰੇ ਅੰਦਰ ਸਿਰਫ ਆ 3 ਸਵਾਲ ਨੇ ਜਿਨ੍ਹਾਂ ਦਾ ਮੈਂ ਜਵਾਬ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਮੇਰੇ ਪਹਿਲੇ ਸਵਾਲ ਦਾ ਜਵਾਬ ਦਿਓ। ਉਹ ਕਹਿਣ ਲੱਗੇ, ਤੂੰ ਜਾਣਦਾ ਹੈ? ਮਨਸੂਰ ਕਹਿੰਦਾ, ਆ ਰੋਟੀ ਮੈਨੂੰ ਕਿੰਨੇ ਦਿਨ ਹੋ ਗਏ ਨੇ ਜੇਲ੍ਹ ਵਿੱਚ ਡੱਕਿਆ, ਮੈਨੂੰ ਖਾਣ ਲਈ ਇਹਨਾਂ ਨੇ ਰੋਟੀ ਨਹੀਂ ਦਿੱਤੀ, ਆ ਸੁੱਕੀ ਰੋਟੀ ਸੀ ਮੇਰੇ ਕੋਲੋਂ, ਇਹ ਵੀ ਮੇਰਾ ਬੜਾ ਚਿੱਤ ਕੀਤਾ ਮੈਨੂੰ ਖਾ ਲਵਾਂ, ਭੁੱਖ ਲੱਗੀ ਸੀ, ਪਰ ਮੈਂ ਸੋਚਿਆ ਉਹ ਮਨਾ, ਕੱਲ ਨੂੰ ਤੈਨੂੰ ਇਹਨਾਂ ਨੇ ਸਜ਼ਾ ਦਿੱਤੀ ਮੌਤ ਦੀ, ਕੱਲ ਦਾ ਦਿਨ ਚੜ੍ਹਨਾ, ਤੇਰੇ ਸਰੀਰ ਦੇ ਟੁਕੜੇ ਕਰ ਦੇਣੇ ਨੇ, ਸਰੀਰ ਦੇ ਟੁਕੜੇ ਹੋ ਜਾਣੇ ਨੇ, ਤੇਰੀ ਮੌਤ ਹੋ ਜਾਣੀ ਏ, ਕਿਉਂ ਨਾ ਮੌਤ ਹੋਣ ਤੋਂ ਪਹਿਲਾਂ, ਸਰੀਰ ਦੇ ਟੁਕੜੇ ਹੋਣ ਤੋਂ ਪਹਿਲਾਂ ਕਿਸੇ ਨੂੰ ਆ ਰੋਟੀ ਦਾ ਟੁਕੜਾ ਵੀ ਤੂੰ ਦੇ ਕੇ ਚਲਾ ਜਾਏ, ਤੇਰੇ ਖਾਣ ਦਾ ਕੀ ਲਾਭ, ਕਿਉਂਕਿ ਤੂੰ ਤੇ ਕੱਲ ਨੂੰ ਮੌਤ ਨੂੰ ਪ੍ਰਵਾਨ ਹੋ ਹੀ ਜਾਣਾ ਹੈ। ਕਹਿੰਦੇ ਨੇ ਜਿਸ ਵੇਲੇ ਉਹਨੇ ਇੰਨੀ ਗੱਲ ਕਹੀ, ਕਹਿਣ ਲੱਗੇ, ਤੇਰੇ ਪਹਿਲੇ ਸਵਾਲ ਦਾ ਜਵਾਬ ਮੇਰੀ ਇਸ ਗੱਲ ਵਿੱਚ ਹੈ ਕਿ ਕੋਈ ਇਨਸਾਨ ਕਿੰਨੇ ਦਿਨਾਂ ਤੋਂ ਭੁੱਖਾ ਹੋਵੇ, ਉਹ ਫਿਰ ਵੀ ਆਪਣੇ ਕੋਲੋਂ ਕੁਝ ਦੇਣ ਨੂੰ ਰਾਜੀ ਹੋ ਜਾਏ, ਜੋ ਕੁਝ ਉਹਦੇ ਕੋਲੋਂ ਹੋਵੇ ਉਹ ਫਿਰ ਵੀ ਸਾਹਮਣੇ ਵਾਲੇ ਨੂੰ ਦੇਣ ਲਈ ਰਾਜੀ ਹੋ ਜਾਏ, ਇਹ ਦਾਨ ਦੀ ਸੀਮਾ ਹੈ। ਧਿਆਨ ਦੇਣਾ, ਇਨਸਾਨ ਕੋਲੋਂ ਸਭ ਕੁਝ ਖਤਮ ਹੋ ਜਾਏ, ਉਹਨੂੰ ਪਤਾ ਹੈ ਮੇਰੇ ਕੋਲੋਂ ਕੁਝ ਵੀ ਨਹੀਂ, ਤੇ ਸਾਹਮਣੇ ਉਹ ਕੋਈ ਮੰਗਣ ਲਈ ਆ ਜਾਏ, ਸੱਚ ਵਿੱਚ ਉਹ ਮੰਗਣ ਵਾਲੇ ਆਏ ਨੂੰ ਕਦੀ ਵੀ ਨਿਰਾਸ਼ਤਾ ਵਿੱਚ ਨਾ ਟੋਰੇ, ਜੋ ਕੁਝ ਉਹਦੇ ਕੋਲੋਂ ਹੈ ਉਹ ਉਹਦੀ ਝੋਲੀ ਵਿੱਚ ਪਾ ਦੇ। ਇਹ ਦਾਨ ਦੀ ਹੱਦ ਹੈ, ਇਹ ਦਾਨ ਦੀ ਸੀਮਾ ਹੈ। ਸਾਨੂੰ ਇਤਿਹਾਸ ਵਿੱਚੋਂ ਬਹੁਤ ਸਾਰੇ ਨੁਕਤੇ ਇਹੋ ਜਿਹੇ ਮਿਲਦੇ ਨੇ, ਸੱਚ ਵਿੱਚ ਗੁਰਮੁਖੋ, ਜਿੱਥੇ ਅਸੀਂ ਇਸ ਗੱਲ ਦੀ ਪ੍ਰੋੜਤਾ ਕਰ ਸਕਨੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਕਾਰਾਗਾਰ ਦੇ ਅੰਦਰ ਜਦੋਂ ਇੱਕ ਰੋਟੀ ਦਾ ਟੁਕੜਾ ਦੇ ਕੇ ਇਹ ਗੱਲ ਆਖੀ ਸੀ, ਜਿਸ ਜੇਲ੍ਹ ਦੇ ਅੰਦਰ 3 ਜੋ ਇਨਸਾਨ 3 ਗੁਰੂ ਦੇ ਸਿੱਖ ਬੰਦ ਸਨ, ਕੈਦੀ ਸਨ, ਤੇ ਕਿਹਾ ਗਿਆ ਸੀ ਇਹ ਰੋਟੀ ਦਾ ਇੱਕ ਟੁਕੜਾ ਹੈ, ਇਸ ਇੱਕ ਰੋਟੀ ਦੇ ਟੁਕੜੇ ਨੂੰ ਤੁਸੀਂ ਖਾ ਲਓ। ਕਿੰਨੇ ਦਿਨਾਂ ਤੋਂ ਜੇਲ੍ਹ ਵਿੱਚ ਬੰਦ, ਇੱਕ ਰੋਟੀ ਦਾ ਟੁਕੜਾ, ਤੇ ਉਸ ਜੇਲ੍ਹ ਦੇ ਅੰਦਰ ਇੱਕ ਜਵਾਨੀ ਦੀ ਉਮਰ ਵਿੱਚ, ਇੱਕ ਬੁਢੇਪੇ ਦੀ ਉਮਰ ਵਿੱਚ, ਇੱਕ ਬਚਪਾਵ, ਇੱਕ ਜਿਹੜਾ ਭਰ ਜਵਾਨੀ ਦੇ ਵਿੱਚ ਜਿਹਨੇ ਕਦਮ ਰੱਖਿਆ ਅਜੇ, ਭਰ ਜਵਾਨੀ ਗੱਭਰੂ 10-12 ਸਾਲ ਦਾ ਨੌਜਵਾਨ ਉਹ ਸੀ। ਕਹਿਣ ਲੱਗੇ, ਜਦੋਂ ਬੱਚੇ ਵੱਲ ਰੋਟੀ ਦਾ ਟੁਕੜਾ ਕੀਤਾ, ਉਸ ਬੱਚੇ ਨੇ ਰੋਟੀ ਦਾ ਟੁਕੜਾ ਉਸ ਜਵਾਨ ਵੱਲ ਵਧਾ ਦਿੱਤਾ ਜਿੰਦੀ ਉਮਰ 25-30 ਸਾਲ ਦੀ ਸੀ। ਕਹਿਣ ਲੱਗਾ, ਰੋਟੀ ਦਾ ਟੁਕੜਾ ਤੁਸੀਂ ਖਾ ਲਓ, ਮੈਂ ਅਜੇ ਬਚਪਨ ਵਿੱਚ ਆ, ਮੇਰੇ ਕੋਲੋਂ ਇੰਨੀ ਅਕਲ ਤੇ ਸਮਰੱਥਾ ਤੇ ਬੁੱਧ ਨਹੀਂ ਕਿ ਮੈਂ ਆਪਣੇ ਪੰਥ ਦਾ ਕੁਝ ਸਵਾਰ ਸਕਾਂ, ਤੁਸੀਂ ਰੋਟੀ ਖਾਓਗੇ, ਤੁਹਾਡੇ ਅੰਦਰ ਤਾਕਤ ਤੇ ਬਲ ਐਨਰਜੀ ਆਏਗੀ, ਤੁਸੀਂ ਪੰਥ ਦਾ ਕੁਝ ਸਵਾਰੋਗੇ। ਉਸ ਰੋਟੀ ਦੇ ਟੁਕੜੇ ਨੂੰ ਉਸ ਜਵਾਨ ਨੇ ਬਜ਼ੁਰਗ ਵੱਲ ਕਰ ਦਿੱਤਾ। ਕਹਿਣ ਲੱਗੇ, ਮੈਂ ਭਰ ਜਵਾਨੀ ਵਿੱਚ ਹਾਂ, ਅਜੇ ਕੁਝ ਦਿਨ ਹੋਰ ਭੁੱਖ ਸਹਿ ਲਵਾਂਗਾ, ਪਰ ਬਜ਼ੁਰਗੋ ਤੁਹਾਡੇ ਕੋਲੋਂ ਭੁੱਖ ਨਹੀਂ ਸਹੀ ਜਾਣੀ, ਇਸ ਰੋਟੀ ਦੇ ਟੁਕੜੇ ਨੂੰ ਤੁਸੀਂ ਖਾ ਲਓ। ਮੈਂ ਬਸ ਜਿਹੜੀ ਗੱਲ ਕਹਿਣੀ ਹੈ, ਅਨਲ ਹੱਕ ਦੀ ਗੱਲ ਕਰਨ ਵਾਲਾ ਮਨਸੂਰ, ਉਹਦੇ ਸਾਹਮਣੇ 3 ਸਵਾਲ ਨੇ, ਪਰ 3 ਸਵਾਲਾਂ ਵਿੱਚੋਂ ਪਹਿਲੇ ਸਵਾਲ ਦਾ ਜਵਾਬ ਦਿੰਦਿਆਂ ਉਹਨੇ ਆਖਿਆ, ਇਸ ਰੋਟੀ ਦੇ ਟੁਕੜੇ ਨੂੰ ਮੈਂ ਸਾਂਭ ਕੇ ਰੱਖਿਆ ਸੀ, ਮੇਰਾ ਬੜਾ ਮਨ ਕੀਤਾ ਮੈਂ ਖਾ ਲਵਾਂ, ਪਰ ਅੰਦਰੋਂ ਆਵਾਜ਼ ਆਈ, ਮਨਾ, ਕੱਲ ਨੂੰ ਤੂੰ ਮੌਤ ਨੂੰ ਪ੍ਰਵਾਨ ਚੜ ਜਾਣਾ ਹੈ, ਇਸ ਰੋਟੀ ਦੇ ਟੁਕੜੇ ਨੂੰ ਸਾਂਭ ਕੇ ਰੱਖ ਲੈ, ਕਿਸੇ ਉਸ ਮਨੁੱਖ ਨੂੰ ਦੇਈ ਜਿਨੇ ਅਜੇ ਸੰਸਾਰ ਵਿੱਚ ਜੀਵਨ ਨੂੰ ਮਾਨਣਾ ਹੈ। ਕਹਿੰਦੇ ਬਸ ਇਸ ਕਰਕੇ ਇਸ ਰੋਟੀ ਦੇ ਟੁਕੜੇ ਨੂੰ ਮੈਂ ਆਪਣੇ ਕੋਲੋਂ ਰੱਖ ਲਿਆ, ਇਹ ਹੈ ਦਾਨ ਦੀ ਸੀਮਾ। ਬੰਦੇ ਕੋਲੋਂ ਹੋਵੇ ਵੀ ਨਾ, ਜੋ ਕੁਝ ਹੋਵੇ ਤੇ ਉਹ ਵੀ ਵੰਡਣ ਲਈ ਤਿਆਰ ਹੋ ਜਾਏ। ਦੂਜੀ ਗੱਲ ਉਹਨੇ ਆਖਿਆ, ਕਹਿਣ ਲੱਗੇ ਤਿਆਗ ਕੀ ਸੀਮਾ, ਉਹ ਕਹਿਣ ਲੱਗੇ ਤਿਆਗ ਕੀ ਸੀਮਾ। ਜਦੋਂ ਨੇ ਦੂਜਾ ਸਵਾਲ ਕੀਤਾ, ਜਿਹੜਾ ਅਨਲ ਹੱਕ ਕਹਿਣ ਵਾਲਾ ਮਨਸੂਰ ਸੀ, ਬੜੀ ਪਹੁੰਚੀ ਹੋਈ ਰੂਹ ਸੀ,
ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਨੇ ਆਪਣੇ ਸਰੀਰ ਵਿੱਚੋਂ ਪ੍ਰਾਣ ਕੱਢ ਲਏ, ਸਰੀਰ ਦੇ ਵਿੱਚੋਂ ਪ੍ਰਾਣ ਵੱਖ ਕਰ ਲਏ। ਸਿਰਫ ਢਾਂਚਾ ਜਿਹੜਾ ਸਵਾਲ ਪੁੱਛਣ ਆਇਆ ਸੀ ਘਬਰਾ ਗਿਆ। ਕਹਿੰਦਾ ਭਲਿਆ ਮੈਂ ਸਵਾਲ ਪੁੱਛਣ ਆਇਆ ਸਾਂ, ਇਹ ਹਕੂਮਤ ਦਾ ਬਾਗੀ ਹੈ, ਕੱਲ ਨੂੰ ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ। ਜੇ ਪਤਾ ਲੱਗਾ ਮੈਂ ਮਿਲਣ ਆਇਆ ਤੇ ਇਹਦੀ ਮੌਤ ਹੋ ਗਈ, ਸੱਚ ਵਿੱਚ ਕਿਤੇ ਮੈਨੂੰ ਵੀ ਸੂਲੀ ਤੇ ਨਾ ਚੜਾ ਦਿੱਤਾ ਜਾਏ। ਇਹ ਘਬਰਾ ਕੇ ਉੱਠ ਕੇ ਜਾਣ ਲੱਗਾ ਤੇ ਮਨਸੂਰ ਆਪਣੇ ਸਰੀਰ ਵਿੱਚ ਵਾਪਸ ਆਇਆ। ਕਹਿਣ ਲੱਗਾ ਬਸ ਸਵਾਲ ਪੁੱਛਣ ਆਇਆ ਸੀ, ਇੰਨੀ ਗੱਲ ਤੋਂ ਡਰ ਗਿਆ ਕਿ ਕੱਲ ਨੂੰ ਕਿਤੇ ਮੈਨੂੰ ਸੂਲੀ ਤੇ ਨਾ ਚੜਾ ਦੇਣ। ਕਹਿਣ ਲੱਗੇ ਸੱਚ ਹੈ, ਤਿਆਗ ਦੀ ਸੀਮਾ, ਤਿਆਗ ਦੀ ਹੱਦ ਇਹੀ ਹੈ ਕਿ ਜਿਸ ਦਿਨ ਕੋਈ ਪਿਆਰ ਵਾਲਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ, ਉਹ ਆਪਣੇ ਸਵਾਸਾਂ ਦਾ ਤਿਆਗ ਕਰਕੇ ਵੀ ਕਿਸੇ ਨੂੰ ਜੀਵਨ ਦੇ ਕੇ ਜਾਏ। ਇਹ ਹੈ ਤਿਆਗ ਦੀ ਸੀਮਾ। ਤੇ ਤੀਜਾ ਸਵਾਲ ਉਹਨੇ ਕੀਤਾ ਸੀ, ਕਹਿਣ ਲੱਗੇ ਪ੍ਰੇਮ ਦੀ ਹੱਦ, ਪ੍ਰੇਮ ਦੀ ਸੀਮਾ ਕੀ ਹੈ? ਕਹਿਣ ਲੱਗੇ ਇਹਦਾ ਜਵਾਬ ਅਜੇ ਮੇਰੇ ਕੋਲੋਂ ਨਹੀਂ। 2 ਸਵਾਲਾਂ ਦੇ ਜਵਾਬ ਤੈਨੂੰ ਦਿੱਤੇ ਨੇ, ਕਿਉਂਕਿ ਇਹਨਾਂ 2 ਸਵਾਲਾਂ ਨੂੰ ਮੈਂ ਪ੍ਰੈਕਟੀਕਲ ਆਪਣੇ ਜੀਵਨ ਵਿੱਚ ਕਰ ਚੁੱਕਾ, ਪਰ ਆ ਤੇਰੇ ਤੀਜੇ ਸਵਾਲ ਦਾ ਜਵਾਬ ਮੇਰੇ ਕੋਲੋਂ ਨਹੀਂ। ਪਰ ਨਾਲ ਹੀ ਉਸ ਬੰਦੇ ਨੇ ਕਿਹਾ ਕਿ ਇਹਦਾ ਜਵਾਬ ਮੈਨੂੰ ਨਹੀਂ ਮਿਲੇਗਾ। ਜੇ ਤੁਸੀਂ ਮੈਨੂੰ ਜਵਾਬ ਨਹੀਂ ਦਿਓਗੇ ਤੇ ਮੈਂ ਇਹਦਾ ਜਵਾਬ ਕਿੱਥੋਂ ਖੋਜਾਂਗਾ? ਉਹ ਕਹਿਣ ਲੱਗੇ ਕੰਮ ਕਰੀ, ਕੱਲ ਨੂੰ ਜਦੋਂ ਮੇਰੇ ਸਰੀਰ ਦੇ ਟੁਕੜੇ ਹੋਣੇ ਨੇ, ਤੂੰ ਕਤਲਗਾਹ ਵਿੱਚ ਆ ਜਾਈਂ। ਇਸ ਸਵਾਲ ਦਾ ਜਵਾਬ ਤੈਨੂੰ ਕਤਲਗਾਹ ਦੇ ਵਿੱਚ ਦੇਵਾਂਗਾ। ਕਤਲਗਾਹ ਦੇ ਵਿੱਚ ਅਗਲੇ ਦਿਨ ਮਨਸੂਰ ਦੇ ਸਰੀਰ ਦੇ ਟੁਕੜੇ ਕੀਤੇ ਗਏ। ਇਹ ਕਤਲਗਾਹ ਵਿੱਚ ਖੜਾ ਸੀ। ਮਨਸੂਰ ਦੇ ਸਰੀਰ ਦਾ ਇੱਕ ਟੁਕੜਾ ਕਹਿੰਦੇ ਪੈਰਾਂ ਵਿੱਚ ਡਿੱਗਾ, ਜਿਹੜਾ ਜਦੋਂ ਇਹਦੇ ਪੈਰਾਂ ਵਿੱਚ ਡਿੱਗਾ ਉਹਦੇ ਅੰਦਰੋਂ ਆਵਾਜ਼ ਆ ਰਹੀ ਸੀ, ਅਨਲ ਹਕ, ਮੈਂ ਹੀ ਖੁਦਾ ਹਾਂ। ਜਦੋਂ ਉਹਦੇ ਅੰਦਰੋਂ ਆਵਾਜ਼ ਆ ਰਹੀ ਸੀ ਅਨਲ ਹਕ ਦੀ, ਸੱਚ ਵਿੱਚ ਮਨਸੂਰ ਉਸ ਟੁਕੜੇ ਦੇ ਵਿੱਚੋਂ ਮਨਸੂਰ ਕਹਿਣ ਲੱਗਾ ਬਸ ਜਿਨ੍ਹਾਂ ਦਾ ਖੁਦਾ ਨਾਲ ਪ੍ਰੇਮ ਹੁੰਦਾ ਹੈ, ਜਿਨ੍ਹਾਂ ਦੀ ਖੁਦਾ ਨਾਲ ਮੁਹੱਬਤ ਹੁੰਦੀ, ਰੱਬ ਨਾਲ ਪਿਆਰ ਹੁੰਦਾ, ਇਸ਼ਕ ਹੁੰਦਾ ਹੈ, ਉਹਨਾਂ ਦੇ ਸਰੀਰ ਦੇ ਟੁਕੜਿਆਂ ਦੇ ਵਿੱਚੋਂ ਵੀ ਪਰਮਾਤਮਾ ਦੇ ਨਾਮ ਤੇ ਰੱਬੀ ਰਹਿਮਤ, ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਏ। ਉਹ ਸਰੀਰ ਦੇ ਟੁਕੜੇ ਵੀ ਹੋ ਜਾਣ ਤਦ ਵੀ ਆਪਣੇ ਪ੍ਰੀਤਮ ਨਾਲੋਂ ਵੱਖ ਨਹੀਂ ਹੁੰਦੇ। ਸਾਧ ਸੰਗਤ, ਦਿੱਲੀ ਦਾ ਚਾਂਦਨੀ ਚੌਂਕ, ਇਸ ਚਾਂਦਨੀ ਚੌਂਕ ਦੇ ਅੰਦਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਦੀ ਸ਼ਹਾਦਤ ਹੋਈ। ਇਹ ਗੱਲ ਅਸੀਂ ਜਾ ਪੜ੍ਹਦੇ ਹਾਂ ਇਤਿਹਾਸ ਵਿੱਚੋਂ। ਜਿਸ ਵੇਲੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਟੁਕੜੇ ਆਰੇ ਨਾਲ ਕੀਤੇ ਗਏ ਸਨ, ਉਹਨਾਂ ਕਿਹਾ ਸੀ ਮੈਂ ਜਪਜੀ ਸਾਹਿਬ ਦਾ ਪਾਠ ਕਰਾਂ, ਪਾਠ ਸੰਪੂਰਨ ਹੋਏ ਤਾਂ ਮੇਰੇ ਸਰੀਰ ਦੇ 2 ਟੁਕੜੇ ਕਰਿਆ ਜੇ। ਸਰੀਰ ਤੇ ਆਰਾ ਚੱਲਣਾ ਸ਼ੁਰੂ ਹੁੰਦਾ ਹੈ, ਬਾਣੀ ਪੜ੍ਹਦੇ ਨੇ, ਸਰੀਰ ਅੱਧ ਵਿੱਚੋਂ ਕਾਰ ਫਾੜ 2 ਫਾੜ ਹੋ ਕੇ ਡਿੱਗ ਪੈਂਦਾ ਹੈ। ਪਰ ਖਿਆਲ ਕਰਿਓ ਦੋਵੇਂ ਟੁਕੜਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਇਸ਼ਕ ਕੀਤਾ ਗੁਰੂ ਨਾਲ, ਜਿਨ੍ਹਾਂ ਇਸ਼ਕ ਕੀਤਾ ਪਰਮਾਤਮਾ ਨਾਲ, ਜਿਨ੍ਹਾਂ ਦੀ ਮੁਹੱਬਤ ਰੱਬ ਨਾਲ ਏ, ਖਿਆਲ ਕਰਿਓ ਸਰੀਰ ਦੇ ਟੁਕੜੇ ਵੀ ਹੋ ਜਾਣ ਤਦ ਵੀ ਆਪਣੇ ਮਾਲਕ ਦੇ ਨਾਮ ਨਾਲੋਂ ਕਦੀ ਵੱਖ